ਵੈਲਕਮ ਟੂ ਸਾਹਸ ਟਾਕਸ। ਫਾਈਨੈਂਸ਼ੀਅਲ ਐਜੂਕੇਸ਼ਨ ਸੀਰੀਜ਼ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ 올ਡ ਏਜ ਸਿਕਿਉਰਿਟੀ ਯਾਨੀ OAS, ਜੋ ਕਿ ਬੜਾ ਹੀ ਕ੍ਰੂਸ਼ਲ ਟੌਪਿਕ ਹੈ ਸਾਰੇ ਕੈਨੇਡੀਅਨਸ ਦੇ ਲਈ। ਅਸੀਂ ਜਾਣਾਂਗੇ ਇਸ ਦੇ ਇਤਿਹਾਸ ਬਾਰੇ, ਇਹ ਕਿਵੇਂ ਕੰਮ ਕਰਦਾ ਹੈ ਅਤੇ ਸਿੱਖਾਂਗੇ ਕੁਝ ਐਗਜ਼ਾਮਪਲਸ ਤੋਂ। 올ਡ ਏਜ ਸਿਕਿਉਰਿਟੀ ਕੈਨੇਡਾਜ਼ ਪਬਲਿਕ ਪੈਨਸ਼ਨ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸੀਨੀਅਰਸ ਨੂੰ ਵਿੱਤੀ ਸਹਾਇਤਾ ਦੇਣ ਦਾ ਵਿਚਾਰ 1927 ਦੇ ਵਿੱਚ ਸ਼ੁਰੂ ਹੋਇਆ, ਜਦੋਂ 올ਡ ਏਜ ਪੈਨਸ਼ਨ ਐਕਟ ਲਾਗੂ ਕੀਤਾ ਗਿਆ। 올ਡ ਏਜ ਪੈਨਸ਼ਨ ਐਕਟ ਨੇ ਕੇਂਦਰੀ ਸਰਕਾਰ ਨੂੰ ਅਧਿਕਾਰ ਦਿੱਤਾ ਕਿ ਉਹ ਪਾਰਟਿਸਿਪੇਟਿੰਗ ਪ੍ਰੋਵਿੰਸਸ ਦੇ ਐਲੀਜੀਬਲ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਰਕਮ ਦਾ 50% ਵਾਪਸ ਕਰ ਸਕੇ। ਉਸ ਸਮੇਂ ਪੈਨਸ਼ਨ ਲਈ ਯੋਗਤਾ ਕਾਫੀ ਕਠੋਰ ਸੀ। ਇਹ ਲਾਜ਼ਮੀ ਸੀ ਕਿ ਤੁਸੀਂ ਬ੍ਰਿਟਿਸ਼ ਸਬਜੈਕਟ ਹੋਵੋ, ਤੁਹਾਡੀ ਉਮਰ 70 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਸੀ, ਕੈਨੇਡਾ ਦੇ ਵਿੱਚ ਘੱਟੋ-ਘੱਟ 20 ਸਾਲ ਲਈ ਰਹਿਣਾ ਲਾਜ਼ਮੀ ਸੀ। ਇੱਕ ਕੜੀ ਮੀਨਸ ਟੈਸਟ ਲਾਗੂ ਹੁੰਦੀ ਸੀ, ਜੋ ਕਈ ਲੋਕਾਂ ਲਈ ਅਪਮਾਨਜਨਕ ਮੰਨੀ ਜਾਂਦੀ ਸੀ, ਅਤੇ ਇਨ੍ਹਾਂ ਸਭ ਕੁਆਲੀਫਿਕੇਸ਼ਨਸ ਤੋਂ ਬਾਅਦ ਦਿੱਤਾ ਜਾਣ ਵਾਲਾ ਲਾਭ $20 ਪ੍ਰਤੀ ਮਹੀਨਾ ਸੀ। ਭਾਵੇਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੱਗਦਾ ਹੈ, ਪਰ ਯਾਦ ਰਹੇ ਕਿ ਇਹ ਲਗਭਗ ਇੱਕ ਸਦੀ ਪਹਿਲਾਂ ਦੀ ਗੱਲ ਹੈ। ਸਾਲਾਂ ਦੇ ਨਾਲ-ਨਾਲ ਜਿਵੇਂ ਕੈਨੇਡਾ ਵਿਕਸਿਤ ਹੁੰਦਾ ਗਿਆ, ਬਜ਼ੁਰਗ ਜਨਸੰਖਿਆ ਦੀਆਂ ਲੋੜਾਂ ਦੇ ਵਿੱਚ ਬਦਲਾਅ ਆਉਂਦਾ ਗਿਆ। 1950 ਦੇ ਦਹਾਕੇ ਤੱਕ ਇਹ ਸਪਸ਼ਟ ਹੋ ਗਿਆ ਕਿ ਬਜ਼ੁਰਗਾਂ ਲਈ ਇੱਕ ਹੋਰ ਪੈਨਸ਼ਨ ਸਿਸਟਮ ਦੀ ਲੋੜ ਹੈ। ਫਿਰ 1952 ਦੇ ਵਿੱਚ 올ਡ ਏਜ ਸਿਕਿਉਰਿਟੀ ਐਕਟ ਲਾਗੂ ਕੀਤਾ ਗਿਆ, ਜਿਸ ਨੇ 70 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਕੈਨੇਡੀਅਨ ਵਾਸੀਆਂ ਦੇ ਲਈ ਇੱਕ ਯੂਨੀਵਰਸਲ ਪੈਨਸ਼ਨ ਸਥਾਪਿਤ ਕੀਤੀ। ਇਹ ਪੈਨਸ਼ਨ ਜਨਰਲ ਟੈਕਸ ਰੈਵਨਿਊਜ਼ ਰਾਹੀਂ ਫੰਡ ਕੀਤੀ ਜਾਂਦੀ ਸੀ, $40 ਪ੍ਰਤੀ ਮਹੀਨਾ ਸੀ, ਅਤੇ ਇਸ ਦਾ ਲਾਭ ਪ੍ਰਾਪਤ ਕਰਨ ਦੇ ਲਈ ਆਮਦਨ ਜਾਂ ਜਾਇਦਾਦ ਦੀ ਕੋਈ ਪਾਬੰਦੀ ਨਹੀਂ ਸੀ ਹੁੰਦੀ। 1965 ਦੇ ਵਿੱਚ ਐਲੀਜੀਬਿਲਿਟੀ ਏਜ 65 ਸਾਲ ਕਰ ਦਿੱਤੀ ਗਈ, ਅਤੇ ਇਹ ਫੈਸਲਾ ਕੈਨੇਡਾ ਪੈਨਸ਼ਨ ਪਲਾਨ ਯਾਨੀ CPP ਦੇ ਪ੍ਰਚਾਰ ਦੇ ਨਾਲ ਸਿੰਕਰੋਨਾਈਜ਼ ਕਰਨ ਦੇ ਲਈ ਕੀਤਾ ਗਿਆ। ਹੁਣ ਫਾਸਟ ਫਾਰਵਰਡ ਕਰਦੇ ਹਾਂ ਮੌਜੂਦਾ ਦੌਰ ਤੇ। 올ਡ ਏਜ ਸਿਕਿਉਰਿਟੀ ਪ੍ਰੋਗਰਾਮ ਹੁਣ ਕੈਨੇਡਾ ਦਾ ਇੱਕ ਯੂਨੀਵਰਸਲ ਰਿਟਾਇਰਮੈਂਟ ਪੈਨਸ਼ਨ ਪਲਾਨ ਬਣ ਚੁੱਕਾ ਹੈ, ਜੋ ਜ਼ਿਆਦਾਤਰ ਕੈਨੇਡਾ ਨਿਵਾਸੀਆਂ ਅਤੇ ਨਾਗਰਿਕਾਂ ਨੂੰ 65 ਸਾਲ ਦੀ ਉਮਰ ਪੂਰੀ ਕਰਨ ਤੇ ਉਪਲਬਧ ਹੁੰਦਾ ਹੈ। ਇਹ ਇੱਕ ਟੈਕਸੇਬਲ ਮੰਥਲੀ ਬੈਨੀਫਿਟ ਹੈ, ਜੋ ਕਿ ਕੈਨੇਡਾ ਪੈਨਸ਼ਨ ਪਲਾਨ ਜਾਂ ਫਿਰ ਕਿਊਬੈਕ ਪੈਨਸ਼ਨ ਪਲਾਨ ਤੋਂ ਵੱਖ ਹੈ। ਜਿੱਥੇ CPP ਅਤੇ QPP ਤੁਹਾਡੀ ਕਮਾਈ ਤੋਂ ਯੋਗਦਾਨ ਮੰਗਦੇ ਹਨ, ਉੱਥੇ ਹੀ 올ਡ ਏਜ ਸਿਕਿਉਰਿਟੀ ਜਨਰਲ ਟੈਕਸ ਰੈਵਨਿਊਜ਼ ਰਾਹੀਂ ਫੰਡ ਕੀਤਾ ਜਾਂਦਾ ਹੈ, ਅਤੇ ਇਸ ਲਈ ਤੁਹਾਡਾ ਕੰਮ ਕਰਦੇ ਹੋਣਾ ਵੀ ਜ਼ਰੂਰੀ ਨਹੀਂ, ਭਾਵੇਂ ਤੁਸੀਂ ਕਦੇ ਵੀ ਕੰਮ ਨਾ ਕੀਤਾ ਹੋਵੇ। 올ਡ ਏਜ ਸਿਕਿਉਰਿਟੀ ਦੇ ਲਈ ਕੁਆਲੀਫਾਈ ਕਰਨ ਲਈ ਇਹ ਰਿਕੁਆਇਰਮੈਂਟਸ ਹਨ। ਪਹਿਲੀ, ਕਿ ਤੁਸੀਂ 65 ਸਾਲ ਤੋਂ ਉੱਪਰ ਦੀ ਉਮਰ ਦੇ ਹੋਣੇ ਚਾਹੀਦੇ ਹੋ। ਜਦੋਂ ਤੁਹਾਡੀ OAS ਐਪਲੀਕੇਸ਼ਨ ਮਨਜ਼ੂਰ ਕੀਤੀ ਜਾਵੇ, ਤੁਸੀਂ ਉਸ ਵੇਲੇ ਕੈਨੇਡੀਅਨ ਨਾਗਰਿਕ ਜਾਂ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹੋ। ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਤਾਂ 18 ਸਾਲ ਦੀ ਉਮਰ ਤੋਂ ਬਾਅਦ ਕੈਨੇਡਾ ਵਿੱਚ ਘੱਟੋ-ਘੱਟ 10 ਸਾਲ ਰਹਿ ਚੁੱਕੇ ਹੋਣਾ ਲਾਜ਼ਮੀ ਹੈ। ਜੇ ਤੁਸੀਂ ਕੈਨੇਡਾ ਤੋਂ ਬਾਹਰ ਰਹਿੰਦੇ ਹੋ ਤਾਂ 18 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 20 ਸਾਲ ਕੈਨੇਡਾ ਦੇ ਵਿੱਚ ਰਹਿ ਚੁੱਕੇ ਹੋਣਾ ਲੋੜੀਂਦਾ ਹੈ। ਇਹ ਵੀ ਯਾਦ ਰਹੇ ਕਿ ਕੈਨੇਡਾ ਦੇ ਕਈ ਦੇਸ਼ਾਂ ਦੇ ਨਾਲ ਸੋਸ਼ਲ ਸਿਕਿਉਰਿਟੀ ਸਮਝੌਤੇ ਹਨ। ਇਹ ਸਮਝੌਤੇ ਤੁਹਾਨੂੰ ਕੈਨੇਡਾ ਤੋਂ ਬਾਹਰ ਰਹਿੰਦਿਆਂ OAS ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਮਦਦ ਕਰ ਸਕਦੇ ਹਨ। OAS ਦੀ ਰਕਮ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ 18 ਸਾਲ ਦੀ ਉਮਰ ਤੋਂ ਬਾਅਦ ਕੈਨੇਡਾ ਵਿੱਚ ਕਿੰਨਾ ਸਮਾਂ ਬਿਤਾਇਆ। ਪੂਰੀ ਪੈਨਸ਼ਨ ਲੈਣ ਲਈ ਤੁਹਾਨੂੰ 18 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 40 ਸਾਲ ਕੈਨੇਡਾ ਦੇ ਵਿੱਚ ਰਹਿਣਾ ਜ਼ਰੂਰੀ ਹੈ। ਜੇ ਤੁਸੀਂ ਇਸ ਤੋਂ ਘੱਟ ਸਮੇਂ ਦੇ ਲਈ ਕੈਨੇਡਾ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਾਰਸ਼ਲ ਪੈਨਸ਼ਨ ਮਿਲੇਗੀ। ਉਦਾਹਰਣ ਵਜੋਂ, ਜੇ ਤੁਸੀਂ 40 ਸਾਲਾਂ ਤੋਂ ਘੱਟ ਸਮਾਂ ਕੈਨੇਡਾ ਦੇ ਵਿੱਚ ਰਹੇ ਹੋ ਤਾਂ 1/40ਵਾਂ ਹਿੱਸਾ ਹਰ ਸਾਲ ਦੇ ਮੁਤਾਬਿਕ ਪੈਨਸ਼ਨ ਮਿਲੇਗੀ। ਜਿਵੇਂ ਜੇ ਤੁਸੀਂ 18 ਸਾਲ ਦੀ ਉਮਰ ਤੋਂ ਬਾਅਦ 34 ਸਾਲਾਂ ਦੇ ਲਈ ਕੈਨੇਡਾ ਦੇ ਵਿੱਚ ਰਹੇ ਤਾਂ ਤੁਹਾਨੂੰ ਪੂਰੀ 올ਡ ਏਜ ਪੈਨਸ਼ਨ ਦਾ 85% ਮਿਲੇਗਾ। 2024 ਤੱਕ ਜ਼ਿਆਦਾ ਤੋਂ ਜ਼ਿਆਦਾ ਮਾਸਿਕ ਰਕਮ ਜੋ OAS ਤੋਂ ਪ੍ਰਾਪਤ ਕੀਤੀ ਗਈ, ਉਹ 65 ਤੋਂ 74 ਸਾਲ ਵਾਲਿਆਂ ਲਈ $727 ਅਤੇ 67 ਸੈਂਟ ਪ੍ਰਤੀ ਮਹੀਨਾ ਸੀ, ਅਤੇ 75 ਸਾਲ ਤੋਂ ਉੱਪਰ ਵਾਲਿਆਂ ਲਈ $800 ਤੇ 44 ਸੈਂਟ। OAS ਇੱਕ ਮਾਸਿਕ ਭੁਗਤਾਨ ਹੈ, ਜੋ ਕਿ ਮਹੀਨੇ ਦੇ ਅੰਤ ਤੋਂ 3 ਬਿਜ਼ਨਸ ਡੇਜ਼ ਪਹਿਲਾਂ ਦਿੱਤਾ ਜਾਂਦਾ ਹੈ। ਦਸੰਬਰ ਦੇ ਵਿੱਚ ਅਕਸਰ ਇਹ ਭੁਗਤਾਨ ਇੱਕ ਹਫ਼ਤਾ ਪਹਿਲਾਂ ਹੋ ਜਾਂਦਾ ਹੈ। ਸਰਕਾਰ ਡਾਇਰੈਕਟ ਡਿਪੋਜ਼ਿਟ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ, ਜੋ ਆਮ ਤੌਰ ਤੇ ਮਿਡਨਾਈਟ ਪੈਸੀਫਿਕ ਟਾਈਮ ਤੋਂ ਬਾਅਦ ਪ੍ਰੋਸੈਸ ਕੀਤੀ ਜਾਂਦੀ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕੈਨੇਡਾ ਦੇ ਹਰੇਕ ਟਾਈਮ ਜ਼ੋਨ ਦੇ ਵਿੱਚ ਰਹਿ ਰਹੇ ਲੋਕ ਇੱਕੋ ਸਮੇਂ ਆਪਣੀ ਰਕਮ ਪ੍ਰਾਪਤ ਕਰ ਸਕਣ। ਇਹ ਸਮਝਣਾ ਇੰਪੋਰਟੈਂਟ ਹੈ ਕਿ 올ਡ ਏਜ ਸਿਕਿਉਰਿਟੀ ਇੱਕ ਟੈਕਸੇਬਲ ਬੈਨੀਫਿਟ ਹੈ। ਇਹ ਤੁਹਾਡੀ ਆਮਦਨ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ, ਅਤੇ ਹਰੇਕ ਸਾਲ ਤੁਹਾਨੂੰ T4A 올ਡ ਏਜ ਸਲਿੱਪ ਮਿਲਦੀ ਹੈ, ਜਿਸ ਤੇ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਗਈ OAS ਪੈਨਸ਼ਨ ਦੀ ਰਕਮ ਦਿੱਤੀ ਜਾਂਦੀ ਹੈ। ਪਰ ਇਹਨਾਂ ਲਾਭਾਂ ਤੇ ਇੱਕ ਖਾਸ ਪਾਬੰਦੀ ਵੀ ਹੈ, ਜਿਸ ਨੂੰ OAS ਕਲੌਬੈਕ ਜਾਂ ਰਿਕਵਰੀ ਟੈਕਸ ਕਿਹਾ ਜਾਂਦਾ ਹੈ। ਜੇਕਰ ਤੁਹਾਡੀ ਨੈਟ ਇਨਕਮ ਇੱਕ ਨਿਰਧਾਰਤ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਤੁਹਾਨੂੰ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਜਾਂ ਪੂਰਾ ਹਿੱਸਾ ਵੀ ਵਾਪਸ ਕਰਨਾ ਪੈ ਸਕਦਾ ਹੈ। ਇਹ ਨਿਰਧਾਰਤ ਇਨਕਮ ਸੀਮਾ ਹਰ ਸਾਲ ਬਦਲਦੀ ਹੈ। 2024 ਦੇ ਵਿੱਚ ਟੈਕਸ ਦੇ ਲਈ ਇਸ ਦੀ ਸੀਮਾ ਸੀ $90,997। ਇਸ ਸੀਮਾ ਤੋਂ ਉੱਪਰ ਹਰ ਡਾਲਰ ਦੀ ਆਮਦਨ ਤੁਹਾਡੀ ਪੈਨਸ਼ਨ ਨੂੰ 15 ਸੈਂਟ ਘਟਾ ਦਿੰਦੀ ਹੈ, ਅਤੇ ਇੱਕ ਲਿਮਿਟ ਤੋਂ ਵੱਧ ਇਨਕਮ ਦੇ ਨਾਲ ਸਾਰੀ 올ਡ ਏਜ ਕਲੌਬੈਕ ਹੋ ਸਕਦੀ ਹੈ। ਹੁਣ ਗੱਲ ਕਰਦੇ ਹਾਂ GIS ਯਾਨੀ ਗੈਰੰਟੀਡ ਇਨਕਮ ਸਪਲੀਮੈਂਟ ਦੀ। ਇਹ 올ਡ ਏਜ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਇਹ ਇੱਕ ਐਡੀਸ਼ਨਲ ਮੰਥਲੀ ਬੈਨੀਫਿਟ ਹੈ ਜੋ ਉਹਨਾਂ 올ਡ ਏਜ ਸਿਕਿਉਰਿਟੀ ਪੈਨਸ਼ਨਰਸ ਨੂੰ ਮਿਲਦਾ ਹੈ ਜਿਨ੍ਹਾਂ ਦੀ ਆਮਦਨ ਘੱਟ ਹੁੰਦੀ ਹੈ। GIS ਤੇ ਟੈਕਸ ਨਹੀਂ ਲੱਗਦਾ, ਪਰ ਇਸ ਨੂੰ ਤੁਹਾਡੀ ਇਨਕਮ ਟੈਕਸ ਰਿਟਰਨ ਦੇ ਵਿੱਚ ਦਿਖਾਉਣਾ ਜ਼ਰੂਰੀ ਹੈ। GIS ਦੀ ਯੋਗਤਾ ਦੇ ਲਈ ਤੁਹਾਡੀ ਇਨਕਮ ਅਤੇ ਮੈਰਿਟਲ ਸਟੇਟਸ ਨੂੰ ਦੇਖਿਆ ਜਾਂਦਾ ਹੈ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੱਖਰੇ ਸਟੇਟਸ ਦੇ ਲਈ ਵੱਖਰੀ ਇਨਕਮ ਰਿਕੁਆਇਰਮੈਂਟਸ। GIS ਦੀ ਸਹਾਇਤਾ ਉਹਨਾਂ ਲਈ ਹੈ ਜੋ ਆਪਣੇ ਬੁਢਾਪੇ ਵਿੱਚ ਫਾਈਨੈਂਸ਼ੀਅਲ ਸਿਕਿਉਰਿਟੀ ਚਾਹੁੰਦੇ ਹਨ। OAS ਪ੍ਰੋਗਰਾਮ ਦੇ ਵਿੱਚ ਦੋ ਹੋਰ ਲਾਭ ਸ਼ਾਮਿਲ ਹਨ, ਜਿਸ ਨੂੰ ਕਿ ਅਲਾਉਐਂਸ ਅਤੇ ਅਲਾਉਐਂਸ ਫॉर ਸਰਵਾਈਵਰ ਕਿਹਾ ਜਾਂਦਾ ਹੈ। ਇਹ ਲਾਭ ਉਹਨਾਂ ਘੱਟ ਆਮਦਨ ਵਾਲੇ ਵਿਅਕਤੀਆਂ ਦੇ ਲਈ ਤਿਆਰ ਕੀਤੇ ਗਏ ਹਨ ਜੋ ਕਿ 60 ਤੋਂ 64 ਸਾਲ ਦੀ ਉਮਰ ਦੇ ਹਨ, ਉਹਨਾਂ ਦੇ ਸਪਾਊਸ ਜਾਂ ਫਿਰ ਕਾਮਨ ਲਾਅ ਪਾਰਟਨਰ GIS ਲੈ ਰਹੇ ਹਨ ਜਾਂ ਉਹ ਵਿਡੋਡ ਹਨ। ਇਹ ਲਾਭ 올ਡ ਏਜ ਸਿਕਿਉਰਿਟੀ ਦੇ ਲਈ ਕੁਆਲੀਫਾਈ ਕਰਨ ਤੋਂ ਪਹਿਲਾਂ ਦੇ ਸਾਲਾਂ ਦੌਰਾਨ ਫਾਈਨੈਂਸ਼ੀਅਲ ਸਪੋਰਟ ਪ੍ਰਦਾਨ ਕਰਨ ਦੇ ਲਈ ਕੀਤੇ ਗਏ ਹਨ। ਇਹ ਉਹਨਾਂ ਦੀ ਮਦਦ ਕਰਦੇ ਹਨ ਜੋ ਕਿ ਫਾਈਨੈਂਸ਼ੀਅਲ ਸਟਰਗਲ ਦਾ ਸਾਹਮਣਾ ਕਰ ਰਹੇ ਹਨ ਅਤੇ ਬੁਢਾਪੇ ਦੇ ਵਿੱਚ ਫਾਈਨੈਂਸ਼ੀਅਲ ਸਟੇਬਿਲਿਟੀ ਦੀ ਲੋੜ ਰੱਖਦੇ ਹਨ। ਨਵੰਬਰ 2024 ਤੱਕ ਕੈਨੇਡਾ ਦੇ ਵਿੱਚ ਲਗਭਗ 6.8 ਮਿਲੀਅਨ 올ਡ ਏਜ ਸਿਕਿਉਰਿਟੀ ਪ੍ਰਾਪਤ ਕਰਤਾ ਸਨ ਅਤੇ ਇਹ ਗਿਣਤੀ ਹਰੇਕ ਸਾਲ ਵਧ ਰਹੀ ਹੈ, ਜੋ ਕਿ ਰਿਫਲੈਕਟ ਕਰਦਾ ਹੈ ਕੈਨੇਡਾ ਦੀ ਏਜਿੰਗ ਪੋਪੂਲੇਸ਼ਨ ਨੂੰ। OAS ਹਰ ਤਿਮਾਹੀ ਜਾਂ ਹਰ ਕੁਆਟਰ ਦੇ ਵਿੱਚ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਐਡਜਸਟ ਹੁੰਦਾ ਹੈ। ਹੁਣ ਦੇਖਦੇ ਹਾਂ ਕੁਝ ਉਦਾਹਰਣਾਂ ਵੱਲ। ਜੋ 20 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਆਏ ਅਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੀ ਰਹੇ, ਉਹ 65 ਸਾਲ ਦੀ ਉਮਰ ਤੋਂ ਬਾਅਦ ਪੂਰੀ 올ਡ ਏਜ ਪੈਨਸ਼ਨ ਦੇ ਲਈ ਯੋਗ ਹਨ। ਹੁਣ ਜੋ ਲੋਕ 50 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਆਏ, ਜਦੋਂ ਉਹ 65 ਸਾਲ ਦੇ ਹੁੰਦੇ ਹਨ ਤਾਂ ਉਹਨਾਂ ਨੇ ਇੱਥੇ 15 ਸਾਲ ਬਿਤਾਏ ਹੁੰਦੇ ਹਨ, ਇਸ ਲਈ ਉਹ ਪਾਰਸ਼ਲ OAS ਪੈਨਸ਼ਨ ਪ੍ਰਾਪਤ ਕਰਦੇ ਹਨ, ਜੋ ਕਿ 15 ਸਾਲਾਂ ਦੇ ਬੇਸ ਤੇ ਕੈਲਕੂਲੇਟ ਕੀਤੀ ਜਾਂਦੀ ਹੈ। ਰਿਟਾਇਰਮੈਂਟ ਪਲਾਨਿੰਗ ਦੇ ਵਿੱਚ 올ਡ ਏਜ ਸਿਕਿਉਰਿਟੀ ਦਾ ਬਹੁਤ ਵੱਡਾ ਹਿੱਸਾ ਹੈ। ਇਹ ਤੁਹਾਡੀ ਰਿਟਾਇਰਮੈਂਟ ਦੇ ਲਈ ਇੱਕ ਆਮਦਨ ਦਾ ਬੇਸ ਤਿਆਰ ਕਰਦਾ ਹੈ, ਪਰ ਆਪਣੇ ਆਪ ਦੇ ਵਿੱਚ ਇਹ ਇਨਕਮ ਕਾਫੀ ਨਹੀਂ ਹੈ। ਇਸ ਨੂੰ ਹੋਰ ਆਮਦਨ ਦੇ ਸਰੋਤਾਂ ਦੇ ਨਾਲ ਪੂਰਾ ਕਰਨਾ ਪੈਂਦਾ ਹੈ, ਜਿਵੇਂ ਕਿ CPP, ਤੁਹਾਡੀ ਜੌਬ ਤੋਂ ਮਿਲੀ ਪੈਨਸ਼ਨ, ਤੁਹਾਡੀਆਂ RRSPs, ਟੈਕਸ ਫ੍ਰੀ ਸੇਵਿੰਗਸ ਅਕਾਊਂਟ, ਹੋਰ ਨਿਵੇਸ਼ ਅਤੇ ਬਚਤਾਂ, ਇਨਵੈਸਟਮੈਂਟਸ ਅਤੇ ਸੇਵਿੰਗਸ। ਇਸ ਦਾ ਪੂਰਾ ਫਾਇਦਾ ਚੁੱਕਣ ਲਈ ਜਿੰਨਾ ਕਿ ਰੈਜ਼ੀਡੈਂਸੀ ਦਾ ਹੋਣਾ ਜ਼ਰੂਰੀ ਹੈ, ਉਨਾ ਹੀ ਜ਼ਰੂਰੀ ਹੈ ਇਸ ਦੇ ਕਲੌਬੈਕ ਤੋਂ ਬਚਣਾ। ਇਸ ਲਈ ਇਨਕਮ ਸਪਲਿਟਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। RRSP ਦੇ ਵਿੱਚ ਕੰਟਰੀਬਿਊਸ਼ਨਸ ਤੇ ਉਸ ਕੰਟਰੀਬਿਊਸ਼ਨ ਨੂੰ ਕਿਹੜੇ ਸਾਲਾਂ ਦੇ ਵਿੱਚ ਕਢਾਇਆ ਜਾਵੇ, ਇਸ ਦੀ ਪਲੈਨਿੰਗ ਬਹੁਤ ਜ਼ਰੂਰੀ ਹੈ ਅਤੇ ਆਪਣੀਆਂ ਇਨਵੈਸਟਮੈਂਟਸ ਨੂੰ ਜਾਂ ਫਿਰ ਸੇਵਿੰਗਸ ਨੂੰ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੇ ਵਿੱਚ ਇਨਵੈਸਟ ਕਰਨਾ ਵੀ ਉਨਾ ਹੀ ਲਾਭਕਾਰੀ ਹੈ। OAS ਪੈਨਸ਼ਨ ਤੁਹਾਨੂੰ ਇੱਕ ਹੋਰ ਬੈਨੀਫਿਟ ਦਿੰਦੀ ਹੈ ਕਿ ਤੁਸੀਂ ਇਸ ਨੂੰ 5 ਸਾਲ ਤੱਕ ਡਿਲੇ ਵੀ ਕਰ ਸਕਦੇ ਹੋ। ਹਰ ਮਹੀਨੇ ਦੀ ਦੇਰ ਦੇ ਨਾਲ ਪੈਨਸ਼ਨ ਦੇ ਵਿੱਚ 0.6% ਦਾ ਵਾਧਾ ਹੁੰਦਾ ਹੈ ਅਤੇ 70 ਸਾਲ ਦੀ ਉਮਰ ਤੱਕ ਜੇ OAS ਨਹੀਂ ਲੈਂਦੇ ਤਾਂ ਇਹ ਤੁਹਾਡੇ ਮੰਥਲੀ ਬੈਨੀਫਿਟ ਦੇ ਵਿੱਚ 36% ਤੱਕ ਵਾਧਾ ਕਰਦੀ ਹੈ। ਜੇ ਤੁਹਾਡੀ ਆਮਦਨ ਘੱਟ ਹੈ ਤਾਂ GIS ਦੀ ਐਪਲੀਕੇਸ਼ਨ ਵੀ ਜ਼ਰੂਰ ਭਰੋ। ਧਿਆਨ ਰਹੇ ਕਿ GIS ਆਪਣੇ ਆਪ ਨਹੀਂ ਮਿਲਦੀ। ਸਰਕਾਰੀ ਪ੍ਰੋਗਰਾਮ ਸਮੇਂ-ਸਮੇਂ ਤੇ ਬਦਲ ਸਕਦੇ ਹਨ। ਨਵੀਆਂ ਤਬਦੀਲੀਆਂ ਦੇ ਉੱਤੇ ਨਜ਼ਰ ਰੱਖੋ ਅਤੇ ਆਪਣੇ ਰਿਟਾਇਰਮੈਂਟ ਪਲਾਨ ਨੂੰ ਜ਼ਰੂਰ ਅਪ ਟੂ ਡੇਟ ਰੱਖੋ। ਭਵਿੱਖ ਦੀ ਗੱਲ ਕਰੀਏ ਤਾਂ ਇਹ ਸੋਚਣਾ ਇੰਪੋਰਟੈਂਟ ਹੈ ਕਿ ਇਸ ਦੀ ਵਾਇਬਿਲਿਟੀ ਕਿਵੇਂ ਬਣਾਈ ਰੱਖੀ ਜਾ ਸਕਦੀ ਹੈ। ਕੈਨੇਡਾ ਹੋਰ ਵਿਕਸਿਤ ਦੇਸ਼ਾਂ ਵਾਂਗ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਰਿਟਾਇਰਮੈਂਟ ਸਿਸਟਮਸ ਤੇ ਦਬਾਅ ਪਾਉਂਦੀਆਂ ਹਨ। ਰਿਟਾਇਰ ਹੋਣ ਵਾਲੇ ਲੋਕਾਂ ਦੇ ਮੁਕਾਬਲੇ ਕੰਮਕਾਜੀ ਲੋਕਾਂ ਦੀ ਗਿਣਤੀ ਘਟ ਰਹੀ ਹੈ ਅਤੇ ਇਸ ਦਬਾਅ ਕਾਰਨ 올ਡ ਏਜ ਸਿਕਿਉਰਿਟੀ ਅਤੇ CPP ਦੇ ਲੰਬੇ ਸਮੇਂ ਦੇ ਟਿਕਾਊਪੁਣੇ ਬਾਰੇ ਚਿੰਤਾਵਾਂ ਵੱਧ ਰਹੀਆਂ ਹਨ। ਇਸ ਬਾਰੇ ਕਈ ਲੋਕ ਸਲਾਹ ਦਿੰਦੇ ਹਨ ਕਿ 올ਡ ਏਜ ਸਿਕਿਉਰਿਟੀ ਨੂੰ ਵਿਸ਼ੇਸ਼ ਫੰਡ ਦੀ ਥਾਂ ਸਰਕਾਰੀ ਟੈਕਸ ਰੈਵਨਿਊਜ਼ ਤੋਂ ਫੰਡ ਕੀਤਾ ਜਾਵੇ ਜਾਂ ਫਿਰ ਉਮਰ ਦੀ ਯੋਗਤਾ ਦੇ ਵਿੱਚ ਵਾਧਾ ਕੀਤਾ ਜਾਵੇ। ਕਲੌਬੈਕ ਥ੍ਰੈਸ਼ਹੋਲਡ ਵੀ ਐਡਜਸਟ ਕੀਤੇ ਜਾਣ ਅਤੇ ਮਹਿੰਗਾਈ ਦੇ ਨਾਲ 올ਡ ਏਜ ਸਿਕਿਉਰਿਟੀ ਨੂੰ ਇੰਡੈਕਸ ਕਰਨ ਦੇ ਤਰੀਕੇ ਦੇ ਵਿੱਚ ਵੀ ਬਦਲਾਅ ਕੀਤਾ ਜਾਵੇ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ OAS ਕੈਨੇਡਾ ਦੇ ਰਿਟਾਇਰਮੈਂਟ ਇਨਕਮ ਸਿਸਟਮ ਦਾ ਬੇਸ ਹੈ, ਜੋ ਕਿ ਵੱਡੇ ਪੱਧਰ ਤੇ ਸੀਨੀਅਰਸ ਨੂੰ ਆਮਦਨ ਦਿੰਦਾ ਹੈ। ਇਸ ਦੇ ਬਾਰੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਬੈਂਕ ਜਾਂ ਕ੍ਰੈਡਿਟ ਯੂਨੀਅਨ ਦੇ ਵਿੱਚ ਜਾ ਕੇ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰਸ ਦੇ ਨਾਲ ਗੱਲ ਕਰ ਸਕਦੇ ਹੋ। ਜੇ ਇਸ ਤਰ੍ਹਾਂ ਦੇ ਹੋਰ ਟੌਪਿਕਸ ਦੇ ਬਾਰੇ ਗੱਲਬਾਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸੋ ਅਤੇ ਸੁਣਦੇ ਰਹੋ ਸਾਹਸ ਟਾਕਸ।